ਗੁਰਮੁਖ ਅਤੇ ਮਨਮੁਖ ਦੀ ਕਹਾਣੀ, ਕਰਮ ਅਤੇ ਬ੍ਰਹਮ ਨਿਆਂ ਦਾ ਸਬਕ। ਜਿੱਥੇ ਸਾਡੀਆਂ ਕਾਰਵਾਈਆਂ ਸਾਡੇ ਇਨਾਮਾਂ ਜਾਂ ਸਜ਼ਾਵਾਂ ਦਾ ਫੈਸਲਾ ਕਰਦੀਆਂ ਹਨ, ਅਕਸਰ ਗੁੰਝਲਦਾਰ ਅਤੇ ਗੁੰਝਲਦਾਰ ਲੱਗਦੀਆਂ ਹਨ, ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਚੰਗੇ ਲੋਕਾਂ ਨੂੰ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ, ਜਦੋਂ ਕਿ ਅਨੈਤਿਕ ਆਚਰਣ ਵਾਲੇ ਲੋਕ ਦੁਨਿਆਵੀ ਸੁੱਖਾਂ ਦਾ ਆਨੰਦ ਮਾਣਦੇ ਹਨ। ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਇੱਕ ਕਥਾ ਇਸ ਉਲਝਣ ਨੂੰ ਸਰਲਤਾ ਨਾਲ ਬਿਆਨ ਕਰਦੀ ਹੈ ਅਤੇ ਬ੍ਰਹਮ ਨਿਆਂ ਦੀ ਡੂੰਘਾਈ ਨੂੰ ਪ੍ਰਗਟ ਕਰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇੱਕ ਛੋਟੇ ਜਿਹੇ ਪਿੰਡ ਵਿੱਚ ਦੋ ਦੁਕਾਨਦਾਰ ਰਹਿੰਦੇ ਸਨ, ਜਿਨ੍ਹਾਂ ਦਾ ਸੁਭਾਅ ਇੱਕ ਦੂਜੇ ਦੇ ਬਿਲਕੁਲ ਉਲਟ ਸੀ। ਇੱਕ ਸੀ ਗੁਰਮੁਖ, ਜੋ ਧਾਰਮਿਕ, ਇਮਾਨਦਾਰ ਅਤੇ ਦਿਆਲੂ ਵਿਅਕਤੀ ਸੀ। ਉਹ ਹਮੇਸ਼ਾ ਸੱਚ ਬੋਲਦਾ ਸੀ ਅਤੇ ਦੂਜਿਆਂ ਦੀ ਮਦਦ ਕਰਦਾ ਸੀ। ਹਰ ਸ਼ਾਮ ਉਹ ਆਪਣੀ ਦੁਕਾਨ ਜਲਦੀ ਬੰਦ ਕਰਕੇ ਸੰਤਾਂ ਕੋਲ ਜਾਂਦਾ ਅਤੇ ਉਹਨਾਂ ਦੇ ਅਧਿਆਤਮਕ ਉਪਦੇਸ਼ ਸੁਣਦਾ। ਦੂਸਰਾ ਦੁਕਾਨਦਾਰ ਮਨਮੁਖ ਸੀ, ਜੋ ਇੱਕ ਲਾਲਚੀ, ਸਵਾਰਥੀ ਅਤੇ ਅਨੈਤਿਕ ਵਿਅਕਤੀ ਸੀ। ਉਹ ਅਧਿਆਤਮਿਕਤਾ ਤੋਂ ਦੂਰ ਰਹਿ ਕੇ ਕੇਵਲ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਵਿੱਚ ਹੀ ਲੱਗੇ ਹੋਏ ਸਨ। ਜਦੋਂ ਗੁਰਮੁਖ ਗੁਰੂ ਨਾਨਕ ਜੀ ਨੂੰ ਮਿਲਣ ਜਾਂਦਾ ਸੀ, ਮਨਮੁਖ ਆਪਣਾ ਸਮਾਂ ਵੇਸਵਾ ਦੇ ਘਰ ਬਿਤਾਉਂਦਾ ਸੀ। ਇੱਕ ਦਿਨ ਜਦੋਂ ਉਹ ਦੋਵੇਂ ਆਪਣਾ ਰੁਟੀਨ ਕੰਮ ਕਰ ਰਹੇ ਸਨ, ਤਾਂ ਉਹਨਾਂ ਨਾਲ ਦੋ ਅਣਕਿਆਸੀਆਂ ਘਟਨਾਵਾਂ ਵਾਪਰ ਗਈਆਂ। ਗੁਰੂ ਨਾਨਕ ਦੇਵ ਜੀ ਨੂੰ ਜਾ ਰਹੇ ਗੁਰਮੁਖ ਨੇ ਅਚਾਨਕ ਰਸਤੇ ਵਿੱਚ ਇੱਕ ਕਾਂਟੇ ਤੇ ਪੈਰ ਰੱਖ ਦਿੱਤਾ। ਕੰਡੇ ਨੇ ਉਸ ਦੀ ਲੱਤ ਨੂੰ ਚੁਭਿਆ, ਜਿਸ ਕਾਰਨ ਉਸ ਨੂੰ ਬਹੁਤ ਦਰਦ ਹੋਇਆ। ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਯਾਤਰਾ ਜਾਰੀ ਰੱਖੀ ਅਤੇ ਗੁਰੂ ਨਾਨਕ ਦੇਵ ਜੀ ਤੱਕ ਪਹੁੰਚ ਗਏ। ਦੂਜੇ ਪਾਸੇ ਵੇਸਵਾ ਦੇ ਘਰ ਜਾ ਰਹੇ ਮਨਮੁਖ ਨੇ ਰਸਤੇ ਵਿੱਚ ਕੁਝ ਚਮਕਦਾ ਦੇਖਿਆ। ਜਦੋਂ ਮੈਂ ਨੇੜੇ ਗਿਆ ਤਾਂ ਦੇਖਿਆ ਕਿ ਇਹ ਸੋਨੇ ਦਾ ਸਿੱਕਾ ਸੀ। ਮਨਮੁਖ ਇਹ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਆਪਣੀ ਜੇਬ ਵਿੱਚ ਪਾ ਕੇ ਅੱਗੇ ਤੁਰ ਪਿਆ। ਜਦੋਂ ਪਿੰਡ ਵਾਸੀਆਂ ਨੂੰ ਇਹਨਾਂ ਘਟਨਾਵਾਂ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਹੈਰਾਨ ਹੋਏ। ਉਹ ਸੋਚਣ ਲੱਗੇ ਕਿ ਇਹ ਕਿਹੋ ਜਿਹਾ ਇਨਸਾਫ ਹੈ। ਗੁਰਮੁਖ ਵਰਗੇ ਧਾਰਮਿਕ ਤੇ ਨੇਕ ਪੁਰਸ਼ ਨੂੰ ਕੰਡੇ ਦੀ ਪੀੜ ਝੱਲਣੀ ਪਈ, ਜਦੋਂ ਕਿ ਪਾਪੀ ਮਨਮੁਖ ਨੂੰ ਸੋਨੇ ਦਾ ਸਿੱਕਾ ਮਿਲਿਆ। ਗੁਰਮੁਖ ਇਸ ਵਿਰੋਧਾਭਾਸ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਜੀ ਕੋਲ ਗਏ ਅਤੇ ਨਿਮਰਤਾ ਸਹਿਤ ਬੇਨਤੀ ਕੀਤੀ, ਹੇ ਗੁਰੂ ਜੀ, ਮੈਂ ਸਦਾ ਧਰਮ ਅਤੇ ਨੇਕੀ ਦੇ ਮਾਰਗ ਤੇ ਚੱਲਿਆ ਹੈ, ਫਿਰ ਵੀ ਮੈਂ ਇਹ ਦੁੱਖ ਕਿਉਂ ਚੱਲਿਆ ਅਤੇ ਪਾਪ ਦੇ ਰਾਹ ਤੇ ਤੁਰਨ ਵਾਲੇ ਮਨਮੁਖ ਨੂੰ ਇਹ ਸੋਨੇ ਦਾ ਸਿੱਕਾ ਕਿਉਂ ਮਿਲਿਆ? ਕੀ ਇਹ ਇਨਸਾਫ ਹੈ? ਗੁਰੂ ਨਾਨਕ ਦੇਵ ਜੀ ਨੇ ਧੀਰਜ ਨਾਲ ਸੁਣਿਆ ਅਤੇ ਫਿਰ ਉੱਤਰ ਦਿੱਤਾ, ਪਿਆਰੇ ਗੁਰਮੁਖ, ਕਰਮ ਦਾ ਨਿਯਮ ਬਹੁਤ ਹੀ ਸੂਖਮ ਹੈ ਅਤੇ ਕੇਵਲ ਇਸ ਜੀਵਨ ਤੱਕ ਹੀ ਸੀਮਤ ਨਹੀਂ ਹੈ। ਇਹ ਬਹੁਤ ਸਾਰੇ ਪਿਛਲੇ ਜੀਵਨ ਨਾਲ ਜੁੜਿਆ ਹੋਇਆ ਹੈ। ਜੋ ਕੁਝ ਤੇਰਾ ਅਤੇ ਮਨਮੁਖ ਦਾ ਹੋਇਆ, ਉਹ ਤੇਰੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ। ਮੈਨੂੰ ਇਸ ਦੀ ਵਿਆਖਿਆ ਕਰਨ ਦਿਓ। ਗੁਰੂ ਨਾਨਕ ਦੇਵ ਜੀ ਨੇ ਮਨਮੁਖ ਵੱਲ ਇਸ਼ਾਰਾ ਕਰਕੇ ਕਿਹਾ, ਆਪਣੇ ਪਿਛਲੇ ਜਨਮ ਵਿੱਚ ਮਨਮੁਖ ਨੇ ਕੁਝ ਨੇਕ ਕਰਮ ਕੀਤੇ ਸਨ, ਜਿਨ੍ਹਾਂ ਲਈ ਉਸ ਨੂੰ ਇੱਕ ਬਹੁਤ ਵੱਡਾ ਖਜ਼ਾਨਾ ਮਿਲਣਾ ਚਾਹੀਦਾ ਸੀ। ਪਰ ਉਸ ਨੇ ਆਪਣੇ ਵਰਤਮਾਨ ਜੀਵਨ ਵਿੱਚ ਜੋ ਪਾਪ ਕੀਤੇ ਹਨ, ਉਹਨਾਂ ਨੇ ਉਸ ਦੇ ਕਰਮਾਂ ਦੇ ਫਲ ਨੂੰ ਸਿਰਫ ਇੱਕ ਸੋਨੇ ਦੇ ਸਿੱਕੇ ਤੱਕ ਘਟਾ ਦਿੱਤਾ ਹੈ। ਫਿਰ ਗੁਰਮੁਖ ਵੱਲ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਤੁਹਾਡੇ ਪਿਛਲੇ ਜੀਵਨਾਂ ਵਿੱਚੋਂ ਇੱਕ ਵਿੱਚ ਤੁਸੀਂ ਇੱਕ ਵੱਡਾ ਅਪਰਾਧ ਕੀਤਾ ਸੀ, ਜਿਸ ਲਈ ਤੁਹਾਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਸੀ। ਪਰ ਇਸ ਜੀਵਨ ਵਿੱਚ ਤੁਹਾਡੇ ਚੰਗੇ ਕੰਮਾਂ ਕਰਕੇ ਅਤੇ ਧਰਮ ਦੇ ਮਾਰਗ ਤੇ ਚੱਲਣ ਕਾਰਨ ਉਹ ਸਜ਼ਾ ਹੌਲੀ-ਹੌਲੀ ਘਟ ਗਈ। ਅੱਜ ਤੁਹਾਡੀਆਂ ਕਾਰਵਾਈਆਂ ਨੇ ਤੁਹਾਡੀ ਮੌਤ ਦੀ ਸਜ਼ਾ ਨੂੰ ਸਿਰਫ ਇੱਕ ਕੰਡੇ ਦੀ ਚੁਭਣ ਵਿੱਚ ਬਦਲ ਦਿੱਤਾ ਹੈ। ਤੁਹਾਡੇ ਚੰਗੇ ਕੰਮ ਤੁਹਾਨੂੰ ਸ਼ੁੱਧ ਕਰ ਰਹੇ ਹਨ ਅਤੇ ਤੁਹਾਨੂੰ ਮੁਕਤੀ ਵੱਲ ਲੈ ਜਾ ਰਹੇ ਹਨ। ਕਰਮ ਦਾ ਨਿਯਮ ਬ੍ਰਹਮ ਨਿਆਂ ਨਾਲ ਕੰਮ ਕਰਦਾ ਹੈ। ਜੋ ਬੀਜ ਤੁਸੀਂ ਬੀਜੋਗੇ, ਤੁਹਾਨੂੰ ਉਹੀ ਫਲ ਮਿਲੇਗਾ।
ਵਰਤਮਾਨ ਵਿੱਚ ਕੀਤੇ ਚੰਗੇ ਕੰਮ ਤੁਹਾਡੇ ਜੀਵਨ ਨੂੰ ਸ਼ੁੱਧ ਕਰਦੇ ਹਨ ਅਤੇ ਤੁਹਾਨੂੰ ਅੰਤਮ ਮੁਕਤੀ ਵੱਲ ਲੈ ਜਾਂਦੇ ਹਨ। ਬ੍ਰਹਮ ਨਿਆਂ ਵਿੱਚ ਭਰੋਸਾ ਰੱਖੋ, ਭਾਵੇਂ ਇਹ ਤੁਹਾਡੀ ਸਮਝ ਤੋਂ ਬਾਹਰ ਹੈ। ਇਹ ਸੁਣ ਕੇ ਗੁਰਮੁਖ ਨੇ ਆਪਣਾ ਸੀਸ ਝੁਕਾਇਆ ਅਤੇ ਧਰਮ ਅਤੇ ਸੱਚ ਦੇ ਮਾਰਗ ਤੇ ਚੱਲਣ ਦਾ ਪ੍ਰਣ ਦੁਹਰਾਇਆ। ਇਹ ਕਹਾਣੀ ਕੇਵਲ ਕਰਮ ਦੇ ਸਿਧਾਂਤ ਦੀ ਵਿਆਖਿਆ ਕਰਨ ਤੱਕ ਹੀ ਸੀਮਤ ਨਹੀਂ ਹੈ। ਇਹ ਸਾਨੂੰ ਇੱਕ ਸਾਰਥਕ ਅਤੇ ਅਧਿਆਤਮਿਕ ਜੀਵਨ ਜਿਉਣ ਬਾਰੇ ਕੀਮਤੀ ਸਬਕ ਵੀ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹਰ ਕਰਮ ਭਾਵੇਂ ਚੰਗਾ ਹੋਵੇ ਜਾਂ ਮਾੜਾ, ਉਸ ਦਾ ਨਤੀਜਾ ਹੁੰਦਾ ਹੈ। ਇਹ ਨਤੀਜੇ ਮੌਜੂਦਾ ਜੀਵਨ ਜਾਂ ਅਗਲੇ ਜਨਮਾਂ ਵਿੱਚ ਪ੍ਰਗਟ ਹੋ ਸਕਦੇ ਹਨ। ਹਮੇਸ਼ਾ ਸੋਚ ਸਮਝ ਕੇ ਕਰੋ ਅਤੇ ਚੰਗੀਆਂ ਗੱਲਾਂ ਕਰੋ, ਕਿਉਂਕਿ ਇਹ ਤੁਹਾਡਾ ਭਵਿੱਖ ਬਣਾਉਣਗੇ। ਗੁਰਮੁਖ ਦੀ ਕਥਾ ਦਰਸਾਉਂਦੀ ਹੈ ਕਿ ਵਰਤਮਾਨ ਵਿੱਚ ਚੰਗੇ ਕਰਮ ਅਤੀਤ ਵਿੱਚ ਕੀਤੇ ਬੁਰੇ ਕਰਮਾਂ ਦੇ ਪ੍ਰਭਾਵਾਂ ਨੂੰ ਨਕਾਰ ਸਕਦੇ ਹਨ। ਸਕਾਰਾਤਮਕ ਕਿਰਿਆਵਾਂ ਵਿੱਚ ਤੁਹਾਡੀ ਕਿਸਮਤ ਨੂੰ ਬਦਲਣ ਦੀ ਅਦਭੁਤ ਸ਼ਕਤੀ ਹੁੰਦੀ ਹੈ। ਮਨਮੁਖ ਦੁਆਰਾ ਪਾਇਆ ਗਿਆ ਸੋਨੇ ਦਾ ਸਿੱਕਾ ਦਰਸਾਉਂਦਾ ਹੈ ਕਿ ਧਰਮ ਅਤੇ ਨੈਤਿਕਤਾ ਤੋਂ ਬਿਨਾਂ ਪ੍ਰਾਪਤ ਕੀਤੀ ਸੰਸਾਰਕ ਵਸਤੂਆਂ ਅਸਥਾਈ ਹਨ। ਸੱਚੀ ਖੁਸ਼ੀ ਅਤੇ ਖੁਸ਼ਹਾਲੀ ਅਧਿਆਤਮਿਕ ਵਿਕਾਸ ਵਿੱਚ ਹੈ, ਨਾ ਕਿ ਪਦਾਰਥਕ ਦੌਲਤ ਵਿੱਚ। ਇਹ ਕਹਾਣੀ ਜ਼ਿੰਦਗੀ ਵਿੱਚ ਹੁੰਦੇ ਅਨਿਆਂ ਨੂੰ ਸੰਬੋਧਿਤ ਕਰਦੀ ਹੈ। ਗੁਰੂ ਨਾਨਕ ਜੀ ਸਾਨੂੰ ਯਾਦ ਦਿਵਾਉਂਦੇ ਹਨ ਕਿ ਬ੍ਰਹਮ ਨਿਆਂ ਸਾਡੇ ਪੂਰੇ ਜੀਵਨ ਅਤੇ ਕਰਮ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਂਦਾ ਹੈ। ਭਾਵੇਂ ਜ਼ਿੰਦਗੀ ਬੇਇਨਸਾਫੀ ਜਾਪਦੀ ਹੈ, ਰੱਬੀ ਨਿਆਂ ਵਿੱਚ ਭਰੋਸਾ ਰੱਖੋ। ਗੁਰੂ ਨਾਨਕ ਜੀ ਦੇ ਗੁਰਮੁਖਾਂ ਦੇ ਨਿਯਮਿਤ ਦੌਰੇ ਦਰਸਾਉਂਦੇ ਹਨ ਕਿ ਅਧਿਆਤਮਿਕ ਤਰੱਕੀ ਲਈ ਨਿਰੰਤਰਤਾ ਅਤੇ ਸਮਰਪਣ ਜ਼ਰੂਰੀ ਹੈ। ਅਧਿਆਤਮਿਕ ਮਾਰਗ ਤੇ ਅੱਗੇ ਵਧਣ ਲਈ ਨਿਰੰਤਰ ਅਭਿਆਸ ਅਤੇ ਸਮਰਪਣ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਮੁਕਤੀ, ਨਿਰਵਾਣ, ਕਰਮ ਨੂੰ ਸੰਤੁਲਿਤ ਕਰਨ ਅਤੇ ਬ੍ਰਹਮ ਇੱਛਾ ਨੂੰ ਸਮਰਪਣ ਕਰਨ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਜਨਮ ਅਤੇ ਪੁਨਰ ਜਨਮ ਦੇ ਗੇੜ ਤੋਂ ਮੁਕਤ ਹੋਣ ਲਈ ਆਤਮ ਸ਼ੁੱਧੀ ਲਈ ਯਤਨ ਕਰੋ। ਇਹ ਕਥਾ ਗੁਰੂ ਨਾਨਕ ਦੇਵ ਜੀ ਦੇ ਜਪੁਜੀ ਸਾਹਿਬ ਦੀਆਂ ਇਹਨਾਂ ਪੰਕਤੀਆਂ ਵਿੱਚ ਝਲਕਦੀ ਹੈ। ਗੁਣ ਅਤੇ ਗੈਰ ਗੁਣ ਸਿਰਫ ਸ਼ਬਦਾਂ ਦੁਆਰਾ ਨਿਰਧਾਰਤ ਨਹੀਂ ਹੁੰਦੇ, ਵਾਰ-ਵਾਰ ਕਰਨ ਨਾਲ ਰੂਹ ਤੇ ਛਾਪ ਪੈ ਜਾਂਦੀ ਹੈ। ਜੋ ਬੀਜੋਗੇ ਉਹੀ ਫਲ ਪਾਓਗੇ। ਨਾਨਕ ਵਾਹਿਗੁਰੂ ਦੀ ਆਗਿਆ ਨਾਲ ਅਸੀਂ ਜਨਮ ਅਤੇ ਮੁੜ ਜਨਮ ਦੇ ਗੇੜ ਵਿੱਚ ਆਉਂਦੇ ਹਾਂ। ਇਹ ਵਿਚਾਰ ਦੁਹਰਾਉਂਦਾ ਹੈ ਕਿ ਸਾਡੇ ਕਰਮ ਸਾਡੇ ਜੀਵਨ ਨੂੰ ਆਕਾਰ ਦਿੰਦੇ ਹਨ ਅਤੇ ਗੁਣਾਂ ਨੂੰ ਅਪਣਾ ਕੇ ਅਸੀਂ ਆਪਣੀ ਆਤਮਾ ਨੂੰ ਉੱਚੀ ਅਵਸਥਾ ਵਿੱਚ ਲੈ ਜਾ ਸਕਦੇ ਹਾਂ। ਗੁਰਮੁਖ ਅਤੇ ਮਨਮੁਖ ਦੀ ਕਹਾਣੀ ਕਰਮ ਅਤੇ ਬ੍ਰਹਮ ਨਿਆਂ ਦੇ ਗੁਪਤ ਨਿਯਮਾਂ ਦੀ ਆਸਾਨੀ ਨਾਲ ਵਿਆਖਿਆ ਕਰਦੀ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਵਰਤਮਾਨ ਵਿੱਚ ਕੀਤੇ ਚੰਗੇ ਕੰਮ ਅਤੀਤ ਦੇ ਬੁਰੇ ਪ੍ਰਭਾਵਾਂ ਨੂੰ ਰੱਦ ਕਰ ਸਕਦੇ ਹਨ। ਜੀਵਨ ਕਦੇ-ਕਦਾਈ ਬੇਇਨਸਾਫੀ ਜਾਪਦਾ ਹੈ, ਪਰ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਬ੍ਰਹਮ ਨਿਆਂ ਹਮੇਸ਼ਾ ਸੱਚਾ ਅਤੇ ਨਿਰਪੱਖ ਹੁੰਦਾ ਹੈ। ਚੰਗਿਆਈ ਨੂੰ ਗਲੇ ਲਗਾ ਕੇ, ਅਧਿਆਤਮਿਕ ਮਾਰਗਦਰਸ਼ਨ ਦੀ ਮੰਗ ਕਰਕੇ ਅਤੇ ਦਇਆ ਅਤੇ ਸਮਰਪਣ ਵਾਲਾ ਜੀਵਨ ਬਤੀਤ ਕਰਕੇ ਅਸੀਂ ਆਪਣੇ ਜੀਵਨ ਨੂੰ ਸ਼ੁੱਧ ਕਰ ਸਕਦੇ ਹਾਂ ਅਤੇ ਮੁਕਤੀ ਦੇ ਮਾਰਗ ਤੇ ਅੱਗੇ ਵਧ ਸਕਦੇ ਹਾਂ। ਵੀਡੀਓ ਦੇਖਣ ਲਈ ਧੰਨਵਾਦ। ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ।